ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਜੀਵਨ ਦਾ ਭਾਗ 12ਵਾਂ ਸਾਂਝਾ ਕੀਤਾ ਜਾਵੇਗਾ। ਸਮੁੱਚੇ ਜਥੇ ਦਾ ਪ੍ਰੋਗਰਾਮ ਪੰਜਾਬ ਤੋਂ ਬਾਹਰ ਬੰਬੇ, ਕਲਕੱਤੇ, ਭਲਾਈ ਨਗਰ, ਦੁਰਗ, ਨਾਗਪੁਰ, ਸ਼੍ਰੀ ਪਟਨਾ ਸਾਹਿਬ, ਸ਼੍ਰੀ ਹਜੂਰ ਸਾਹਿਬ ਦਾ ਬਣਿਆ। ਇਹ ਲਗਭਗ 3 ਮਹੀਨੇ ਦਾ ਧਰਮ ਪ੍ਰਚਾਰ ਦਾ ਦੌਰਾ ਸੀ। ਕਥਾ ਕੀਰਤਨ ਕਰਦਿਆਂ ਤੇ ਅੰਮ੍ਰਿਤ ਛਕਾਉਂਦਿਆਂ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਿਆਂ ਸਿੱਖੀ ਦੀਆਂ ਮੁੱਢਲੀਆਂ ਸਿੱਖਿਆਵਾਂ ਦਿੰਦਿਆਂ ਸੰਤ ਕਰਤਾਰ ਸਿੰਘ ਜੀ ਖਾਲਸਾ ਜਥੇ ਸਮੇਤ ਸ਼੍ਰੀ ਹਜੂਰ ਸਾਹਿਬ ਵਿਖੇ ਪਹੁੰਚੇ। ਇਸੇ 10 ਦਿਨ ਦਾ ਪ੍ਰੋਗਰਾਮ ਸੀ। ਇੱਥੇ 10 ਦਿਨ ਦਾ ਪ੍ਰੋਗਰਾਮ ਸੀ ਅਤੇ ਰੋਜ਼ਾਨਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕਥਾ ਕਰਿਆ ਕਰਦੇ ਸਨ। ਦੂਰ ਤੋਂ ਜੋ ਸੰਗਤਾਂ ਤਖਤ ਸਾਹਿਬ ਦੇ ਦਰਸ਼ਨਾਂ ਵਾਸਤੇ ਇੱਥੇ ਪਹੁੰਚੀਆਂ ਹੋਈਆਂ ਸਨ, ਉਹ ਵੀ ਵਿਸ਼ੇਸ਼ ਤੌਰ 'ਤੇ ਕਥਾ ਦੀ ਹਾਜ਼ਰੀ ਭਰਦੀਆਂ। ਇੱਕ ਦਿਨ ਕਥਾ ਕਰਦਿਆਂ ਮਹਾਂਪੁਰਖਾਂ ਨੇ ਦੱਸਿਆ ਕਿ ਇਹ ਅਸਥਾਨ ਕਲਗੀਧਰ ਪਾਤਸ਼ਾਹ ਵੱਲੋਂ ਵਰਸਾਇਆ ਹੋਇਆ ਹੈ। ਅਜਿਹੇ ਥਾਵਾਂ 'ਤੇ ਕੀਤਾ ਹੋਇਆ ਸਿਮਰਨ ਭਜਨ ਹੋਰ ਵੀ ਵੱਧ ਲਾਭਦਾਇਕ ਹੁੰਦਾ ਹੈ ਅਤੇ ਆਤਮਿਕ ਅਵਸਥਾ ਪਰਿਪੱਕ ਹੁੰਦੀ ਹੈ। ਇਹ ਬਚਨ ਸੁਣਦਿਆਂ ਹੀ ਭਾਈ ਜਰਨੈਲ ਸਿੰਘ ਅਵਿਆਸੀ ਨੇ ਮਨ ਬਣਾਇਆ ਕਿ ਕੁਝ ਸਮਾਂ ਇਸ ਅਸਥਾਨ 'ਤੇ ਰਹਿ ਕੇ ਵਿਸ਼ੇਸ਼ ਤੌਰ 'ਤੇ ਸਿਮਰਨ ਬੰਦਗੀ ਕੀਤੀ ਜਾਵੇ। ਇਸ ਪ੍ਰਤੀ ਉਹਨਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਤੋਂ ਆਗਿਆ ਲਈ। ਸੰਤਾਂ ਨੇ ਖੁਸ਼ੀ ਨਾਲ ਕਿਹਾ ਕਿ ਭਾਈ ਹੋਰ ਵੀ ਕੋਈ ਸਿੰਘ ਭਾਈ ਅਵਿਆਸੀ ਨਾਲ ਇੱਥੇ ਰਹਿ ਕੇ ਭਜਨ ਬੰਦਗੀ ਕਰਨਾ ਚਾਹੁੰਦਾ ਹੈ ਤਾਂ ਉਹ ਰਹਿ ਸਕਦਾ ਹੈ ਅਤੇ ਜਥੇ ਨੇ 5 ਦਿਨ ਹੋਰ ਇੱਥੇ ਰੁਕਣਾ ਹੈ। ਉਦੋਂ ਤੱਕ ਜੋ ਵੀ ਗੁਰਮਤਾ ਬਣੇ ਉਹ ਸਾਨੂੰ ਦੱਸ ਦੇਣਾ। ਇਸ ਤਰ੍ਹਾਂ ਵਿਚਾਰਾਂ ਕਰਦਿਆਂ 10 ਸਿੰਘ ਭਾਈ ਜਰਨੈਲ ਸਿੰਘ ਅਵਿਆਸੀ ਦੇ ਨਾਲ ਇੱਥੇ ਰਹਿ ਕੇ ਸਿਮਰਨ ਭਜਨ ਕਰਨ ਲਈ ਤਿਆਰ ਹੋ ਗਏ, ਜਿਨ੍ਹਾਂ ਵਿੱਚ ਰਾਗੀ ਰਾਮ ਸਿੰਘ, ਭਾਈ ਦਲਵੀਰ ਸਿੰਘ, ਭਾਈ ਸਵਰਨ ਸਿੰਘ, ਭਾਈ ਠਾਕੁਰ ਸਿੰਘ ਜੀ ਪਟਿਆਲਾ ਵਾਲੇ, ਭਾਈ ਜਰਨੈਲ ਸਿੰਘ ਬਹਿਲਾ, ਭਾਈ ਗੁਰਦੇਵ ਸਿੰਘ ਅਸਮਾਨ ਵਾਲਾ, ਭਾਈ ਹੀਰਾ ਸਿੰਘ ਅਤੇ ਦਾਸ ਭਾਈ ਜਗੀਰ ਸਿੰਘ ਭਾਵ ਜੋ ਲੇਖਕ ਨੇ ਸ਼ਾਮਲ ਸਨ। ਜਥੇ ਦੀ ਰਵਾਨਗੀ ਤੋਂ ਉਪਰੰਤ ਸਾਰੇ ਸਿੰਘਾਂ ਨੇ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਅਰਦਾਸ ਕਰਕੇ ਵਿਸ਼ੇਸ਼ ਸਿਮਰਨ ਭਜਨ ਦੀ ਆਰੰਭਤਾ ਕੀਤੀ। ਯਾਦ ਰਹੇ ਕਿ ਹਰ ਇੱਕ ਸਿੰਘ ਦੀ ਦਿਲੀ ਇੱਛਾ ਸੀ ਕਿ ਘੱਟੋ ਘੱਟ ਵੀ ਸ਼੍ਰੀ ਜਪਜੀ ਸਾਹਿਬ ਜੀ ਦੇ 101 ਪਾਠ ਰੋਜ਼ਾਨਾ ਜਾਂ 40 ਦਿਨਾਂ ਵਿੱਚ 1.25 ਲੱਖ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕੀਤੇ ਜਾਣ। ਇਸ ਤਰ੍ਹਾਂ ਸਭ ਸਿੰਘ ਦਿਨ ਰਾਤ ਆਪੋ ਆਪਣੇ ਹਿਸਾਬ ਨਾਲ ਸਿਮਰਨ ਵਿੱਚ ਜੁਟ ਗਏ, ਪਰ ਕਈ ਸਿੰਘਾਂ ਦਾ ਇੰਨਾ ਸਮਾਂ ਸਿਮਰਨ ਕਰਨ ਦਾ ਅਭਿਆਸ ਨਹੀਂ ਸੀ। ਇਸ ਲਈ ਉਹਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਆਪਣੇ ਅਕੀਦੇ ਉੱਪਰ ਦ੍ਰਿੜ ਰਹਿ ਕੇ ਸਿਮਰਨ ਭਜਨ ਲਈ ਡਟੇ ਰਹੇ। ਇਹਨਾਂ 40 ਦਿਨਾਂ ਵਿੱਚ ਸਾਡੇ ਸਾਰਿਆਂ ਵਿੱਚੋਂ ਕਿਸੇ ਨੇ ਵੀ ਭਾਈ ਜਰਨੈਲ ਸਿੰਘ ਅਵਿਆਸੀ ਨੂੰ ਆਰਾਮ ਕਰਦਿਆਂ ਨਹੀਂ ਵੇਖਿਆ, ਬਲਕਿ ਉਹ ਸਭ ਨੂੰ ਹੌਸਲਾ ਦਿੰਦੇ ਰਹੇ ਕਿ ਇਹ ਜ਼ਿੰਦਗੀਆਂ ਅਤੇ ਜਵਾਨੀਆਂ ਬਾਰ-ਬਾਰ ਹਾਸਲ ਨਹੀਂ ਹੋਣੀਆਂ। ਇਸ ਲਈ ਦ੍ਰਿੜਤਾ ਨਾਲ ਲਏ ਹੋਏ ਫੈਸਲੇ 'ਤੇ ਖੁਸ਼ੀ ਪਹਿਰਾ ਦੇਣਾ ਚਾਹੀਦਾ ਹੈ। ਜਦੋਂ 40 ਦਿਨ ਪੂਰੇ ਹੋਏ ਤਾਂ ਭਾਈ ਜਰਨੈਲ ਸਿੰਘ ਅਵਿਆਸੀ ਨੇ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਕਿਹਾ ਕਿ ਕੁਝ ਦਿਨ ਮਾਤਾ ਸਾਹਿਬ ਕੌਰ ਦੇ ਅਸਥਾਨ 'ਤੇ ਵੀ ਸਿਮਰਨ ਭਜਨ ਕਰਨਾ ਚਾਹੀਦਾ ਹੈ। ਤਾਂ ਸਭ ਸਿੰਘ ਮਾਤਾ ਸਾਹਿਬ ਕੌਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਉਸੇ ਤਰ੍ਹਾਂ ਹੀ ਸਿਮਰਨ ਭਜਨ ਕਰਦੇ ਰਹੇ। ਲਗਭਗ 1 ਹਫ਼ਤਾ ਇੱਥੇ ਰਹਿ ਕੇ ਸਾਰਿਆਂ ਨੇ ਇਹ ਨਿਯਮ ਨਿਭਾਇਆ। ਇਸੇ ਤਰ੍ਹਾਂ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਬਾਹਰ ਨਦੀ ਦੇ ਕਿਨਾਰੇ ਬੈਠਿਆਂ ਸੁਭਾਵਕ ਹੀ ਭਾਈ ਜਰਨੈਲ ਸਿੰਘ ਅਵਿਆਸੀ ਨੇ ਕਿਹਾ ਕਿ ਜੋ ਰਾਤ ਦੇ ਲੰਗਰ ਸਮੇਂ ਮਾਤਾ ਸਾਹਿਬਦੇਵ ਕੌਰ ਜੀ ਵੱਲੋਂ ਲੰਗਰ ਵਿੱਚ ਐਸੀ ਕਲਾ ਵਰਤਾਈ ਕਿ ਲੰਗਰ ਛਕ ਕੇ ਐਸਾ ਆਨੰਦ ਆਇਆ ਜੋ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਆਇਆ। ਜਦ ਸਿੰਘਾਂ ਨੇ ਇਸ ਬਾਰੇ ਦੁਬਾਰਾ ਪੁੱਛਿਆ ਤਾਂ ਉਹ ਉਸ ਨੂੰ ਟਾਲ ਗਏ, ਕਹਿਣ ਲੱਗੇ ਕਿ ਸਾਰਾ ਲੰਗਰ ਮਾਤਾ ਜੀ ਦਾ ਹੀ ਹੈ। ਜੋ ਵੀ ਸੰਗਤਾਂ ਇੱਥੋਂ ਲੰਗਰ ਛਕਦੀਆਂ ਨੇ ਉਹ ਮਾਤਾ ਜੀ ਦੇ ਲੰਗਰ ਵਿੱਚੋਂ ਹੀ ਛਕਦੀਆਂ ਨੇ। ਪਰ ਨਾਲ ਦੇ ਸਿੰਘ ਉਪਰੋਕਤ ਕਹੇ ਬਚਨਾਂ ਵਿੱਚੋਂ ਬਹੁਤ ਕੁਝ ਸਮਝ ਚੁੱਕੇ ਸਨ ਅਤੇ ਇਹ ਵੀ ਜਾਣਦੇ ਸਨ ਕਿ ਭਾਈ ਜਰਨੈਲ ਸਿੰਘ ਹੁਣ ਸਾਰੀ ਗੱਲ ਨੂੰ ਹੀ ਟਾਲ ਰਹੇ ਹਨ। ਇਸ ਤਰ੍ਹਾਂ ਇੱਕ ਵਾਰ ਰਾਤ ਵੇਲੇ ਇਸੇ ਹੀ ਸਥਾਨ ਪੂਰਾ ਸਾਹਿਬ ਵਿਖੇ ਭਾਈ ਜਰਨੈਲ ਸਿੰਘ ਅਵਿਆਸੀ, ਭਾਈ ਗੁਰਦੇਵ ਸਿੰਘ ਅਸਮਾਨ ਵਾਲਾ ਤੇ 2-3 ਸਿੰਘ ਹੋਰ ਸਿਮਰਨ ਕਰ ਰਹੇ ਸਨ। ਬਾਕੀ ਦੇ ਸਿੰਘ ਬਾਹਰ ਗੋਦਾਵਰੀ ਦੇ ਕੰਢੇ 'ਤੇ ਸਿਮਰਨ ਕਰ ਰਹੇ ਸਨ। ਭੋਰੇ ਵਿੱਚ ਸਿਰਫ ਅਵਿਆਸੀ ਅਤੇ ਭਾਈ ਅਸਮਾਨ ਵਾਲਾ ਹੀ ਰਹਿ ਗਏ। ਸਿਮਰਨ ਕਰਦਿਆਂ ਕਾਫੀ ਰਾਤ ਬੀਤ ਗਈ ਤਾਂ ਭਾਈ ਗੁਰਦੇਵ ਸਿੰਘ ਅਸਮਾਨ ਵਾਲਾ ਨੇ ਭਾਈ ਅਵਿਆਸੀ ਨੂੰ ਸਮਾਂ ਪੁੱਛਣਾ ਚਾਹਿਆ, ਕਿਉਂਕਿ ਇਹਨੇ ਸਾਰੇ ਸਿੰਘਾਂ ਵਿੱਚੋਂ ਉਹਨਾਂ ਕੋਲ ਹੀ ਜੇਬ ਵਾਲੀ ਘੜੀ ਸੀ, ਪਰ ਉਹ ਪੂਰੇ ਟਿਕਾ ਵਿੱਚ ਬੈਠੇ ਹੋਏ ਸਨ। ਇਸ ਲਈ ਭਾਈ
ਅਸਮਾਨ ਬਾਲਾ ਨੇ ਉਹਨਾਂ ਨੂੰ ਬੁਲਾਉਣਾ ਠੀਕ ਨਾ ਸਮਝਿਆ। ਇਸ ਤਰ੍ਹਾਂ ਲਗਭਗ 1 ਘੰਟਾ ਹੋਰ ਬੀਤ ਗਿਆ ਤਾਂ ਭਾਈ ਅਸਮਾਨ ਬਾਲਾ ਨੇ ਅਚਾਨਕ ਹੀ ਪੁੱਛਿਆ, ਅਭਿਆਸੀ ਜੀ ਕਿੰਨਾ ਟਾਈਮ ਹੋ ਗਿਆ ਹੈ? ਉਹ ਕੁਝ ਨਾ ਬੋਲੇ ਪਰ ਆਪਣੀ ਜੇਬ ਵਾਲੀ ਘੜੀ ਭਾਈ ਅਸਮਾਨ ਬਾਲਾ ਨੂੰ ਦੇ ਦਿੱਤੀ। ਇਸ ਤੋਂ ਬਾਅਦ 2-3 ਦਿਨ ਭਾਈ ਅਭਿਆਸੀ ਕਿਸੇ ਸਿੰਘ ਨਾਲ ਵੀ ਨਹੀਂ ਬੋਲੇ। ਵੈਸੇ ਵੀ ਦੁਪਹਿਰ ਦੇ ਲੰਗਰ ਸਮੇਂ ਅਸੀਂ ਸਾਰੇ ਸਿੰਘ ਇੱਕ ਦੂਸਰੇ ਨਾਲ ਸਿਰਫ ਅੱਧਾ ਘੰਟਾ ਗੱਲਬਾਤ ਕਰ ਸਕਦੇ ਸਾਂ, ਬਾਕੀ ਸਮੇਂ ਵਿੱਚ ਇੱਕ ਦੂਸਰੇ ਨੂੰ ਬੁਲਾਉਂਦੇ ਤੱਕ ਨਹੀਂ ਸੀ। ਦੁਪਹਿਰ ਦੇ ਲੰਗਰ ਸਮੇਂ ਹੀ ਭਾਈ ਅਸਮਾਨ ਬਾਲਾ ਨੇ ਭਾਈ ਅਭਿਆਸੀ ਨੂੰ ਪੁੱਛਿਆ ਕਿ ਤੁਸੀਂ ਮੇਰੇ ਨਾਲ ਨਾਰਾਜ਼ ਹੋ? ਤਾਂ ਉਹਨਾਂ ਨੇ ਇੱਕਦਮ ਭਾਈ ਅਸਮਾਨ ਬਾਲਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਕਿਹਾ, ਮੈਂ ਨਾਰਾਜ਼ ਕਿਉਂ ਹੋਵਾਂਗਾ? ਤਾਂ ਉਹਨਾਂ ਨੇ ਕਈ ਦਿਨ ਪਹਿਲਾਂ ਦੀ ਰਾਤ ਨੂੰ ਵਾਪਰੀ ਘਟਨਾ ਬਾਰੇ ਦੱਸਿਆ ਕਿ ਮੈਂ ਤਾਂ ਅਚਾਨਕ ਹੀ ਸਮਾਂ ਪੁੱਛਿਆ ਸੀ, ਪਰ ਉਸ ਤੋਂ ਬਾਅਦ ਤੁਸੀਂ ਕਿਸੇ ਨਾਲ ਵੀ ਬੋਲੇ ਨਹੀਂ। ਤਾਂ ਉਹਨਾਂ ਕਿਹਾ, ਅਸਲ ਵਿੱਚ ਮੈਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਨਮੁਖ ਬੇਨਤੀ ਕਰ ਰਿਹਾ ਸਾਂ ਕਿ ਸਿਮਰਨ ਕਰਨ ਵਾਲੇ ਸਾਰੇ ਹੀ ਸਿੰਘਾਂ ਨੂੰ ਸਾਖਿਆਤ ਦਰਸ਼ਨ ਬਖਸ਼ਿਸ਼ ਕਰੋ। ਇਸ ਦੇ ਵਿੱਚ ਹੀ ਤੁਸੀਂ ਮੈਨੂੰ ਬੁਲਾ ਲਿਆ ਅਤੇ ਇਹ ਲੜੀ ਟੁੱਟ ਗਈ। ਚਲੋ ਆਪਣਾ ਕਰਮ ਦਾ ਹੀ ਹਾਲੇ ਫਰਕ ਹੈ, ਇਸ ਲਈ ਇਕਾਗਰ ਚਿਤ ਸਿਮਰਨ ਵਿੱਚ ਜੁੜੋ। ਇੰਨਾ ਕਹਿ ਕੇ ਉਹ ਚੁੱਪ ਹੋ ਗਏ। ਇਸ ਤਰ੍ਹਾਂ 1.5 ਮਹੀਨੇ ਦਾ ਵਿਸ਼ੇਸ਼ ਸਿਮਰਨ ਭਜਨ ਕਰਨ ਉਪਰੰਤ ਇਹ ਕੁਝ ਕੁ ਸਿੰਘਾਂ ਦਾ ਜਥਾ ਭਾਈ ਜਰਨੈਲ ਸਿੰਘ ਸਮੇਤ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚ ਕੇ ਸੰਤਾਂ ਨਾਲ ਆ ਮਿਲਿਆ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਇਸੇ ਦੌਰਾਨ ਇੱਕ ਦਿਨ ਗੁਰਦੁਆਰਾ ਹੀਰਾ ਘਾਟ ਵਿਖੇ ਰਾਤ ਸਮੇਂ ਸਿਮਰਨ ਕਰਦਿਆਂ ਭਾਈ ਜਰਨੈਲ ਸਿੰਘ ਅਭਿਆਸੀ ਦੇ ਮਨ ਵਿੱਚ ਅਚਾਨਕ ਫੁਰਨਾ ਆਇਆ ਕਿ ਸਿਮਰਨ ਕਰਨ ਵਾਲੇ ਸਤਿਪੁਰਖਾਂ ਨੂੰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ। ਅਨੇਕਾਂ ਨਾਮ ਸਿਮਰਨ ਵਾਲੇ ਮਹਾਂਪੁਰਖਾਂ ਦੀਆਂ ਸਾਖੀਆਂ ਮਨ ਵਿੱਚ ਯਾਦ ਆਈਆਂ। ਬਸ ਇਹਨਾਂ ਸੋਚਦਿਆਂ ਹੀ ਉਹ ਫੁਰਨਾ ਇੱਥੇ ਹੀ ਛੱਡ ਦਿੱਤਾ। ਪਰ ਜਦੋਂ ਸਿਮਰਨ ਵਿੱਚੋਂ ਉੱਠੇ ਤਾਂ ਰਿੱਧੀਆਂ ਸਿੱਧੀਆਂ ਨੇ ਜੋ ਉਸ ਸਮੇਂ ਸੁੰਦਰ ਸਰੂਪ ਅਤੇ ਇਸਤਰੀ ਜਾਮੇ ਵਿੱਚ ਸਨ, ਭਾਈ ਅਭਿਆਸੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਰੱਬੀ ਹੁਕਮ ਹੈ ਕਿ ਅਸੀਂ ਆਪ ਜੀ ਦੀ ਸੇਵਾ ਲਈ ਹਾਜ਼ਰ ਹੋਈਏ। ਤੁਸੀਂ ਜੋ ਵੀ ਹੁਕਮ ਕਰੋ ਅਸੀਂ ਹਾਜ਼ਰ ਹਾਂ। ਪਰ ਅਭਿਆਸੀ ਜੀ ਕੁਝ ਨਾ ਬੋਲੇ ਅਤੇ ਬਾਕੀ ਸਿੰਘਾਂ ਨਾਲ ਵਾਪਸ ਪਰਤ ਆਏ। ਇਸ਼ਨਾਨ ਕੀਤਾ ਅਤੇ ਤਖਤ ਸਾਹਿਬ ਵਿਖੇ ਮੱਥਾ ਟੇਕਣ ਗਏ, ਅਰਦਾਸ ਕੀਤੀ ਅਤੇ ਵਾਪਸ ਹੀਰਾ ਘਾਟ ਆ ਕੇ ਸਿਮਰਨ ਵਿੱਚ ਲੱਗ ਗਏ। ਪਰ ਕੋਸ਼ਿਸ਼ ਕਰਨ ਤੇ ਵੀ ਮਨ ਵਾਹਿਗੁਰੂ ਸਿਮਰਨ ਵਿੱਚ ਨਾ ਲੱਗੇ ਤਾਂ ਭਾਈ ਜਰਨੈਲ ਸਿੰਘ ਅਭਿਆਸੀ ਮਨ ਹੀ ਮਨ ਵਿੱਚ ਪਰੇਸ਼ਾਨ ਹੋ ਗਏ ਕਿ ਰਿੱਧੀਆਂ ਸਿੱਧੀਆਂ ਵਾਲਾ ਫੁਰਨਾ ਮਨ ਵਿੱਚ ਕਿਵੇਂ ਆ ਗਿਆ। ਹੁਣ ਜਿਵੇਂ ਜਿਵੇਂ ਸਿਮਰਨ ਕਰਦੇ ਹਨ ਤਿਵੇਂ ਤਿਵੇਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਯਾਦ ਆਉਂਦੀ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕੀਤੀ ਕਿ ਮਨ ਵਿੱਚ ਨਾਮ ਦਾ ਵਾਸਾ ਹੋਵੇ ਅਤੇ ਰਿੱਧੀਆਂ ਸਿੱਧੀਆਂ ਰੁਕਾਵਟਾਂ ਤੋਂ ਸਤਿਗੁਰੂ ਜੀ ਕਿਰਪਾ ਕਰਕੇ ਬਚਾ ਲੈਣ। ਇਹੀ ਅਰਦਾਸ ਸੱਚਖੰਡ ਤਖਤ ਸਾਹਿਬ ਵਿਖੇ ਜਾ ਕੇ ਕੀਤੀ ਤਾਂ ਕੁਝ ਦਿਨਾਂ ਬਾਅਦ ਪਹਿਲਾਂ ਬੜਾ ਆਨੰਦ ਮਨ ਵਿੱਚ ਪ੍ਰਗਟ ਹੋਇਆ। ਫਿਰ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਵੀ ਇਸ ਗੱਲੋਂ ਸੁਚੇਤ ਕੀਤਾ ਕਿ ਨਾਮ ਬਾਣੀ ਦਾ ਸਿਮਰਨ ਕਰਦਿਆਂ ਕਿਸੇ ਕਿਸਮ ਦਾ ਫੁਰਨਾ ਨਹੀਂ ਕਰਨਾ, ਸਿਰਫ ਬਾਣੀ ਦਾ ਹੀ ਧਿਆਨ ਕਰਨਾ ਹੈ ਅਤੇ ਨਾਮ ਬਾਣੀ ਵਿੱਚ ਹੀ ਸਾਰੀਆਂ ਬਰਕਤਾਂ ਹਨ। ਇਸ ਤਰ੍ਹਾਂ ਕਈ ਆਨੰਦਿਤ ਕ੍ਰਿਸ਼ਮੇ ਹੋਏ ਜਿਸ ਦੀਆਂ ਝਲਕੀਆਂ ਨਾਲ ਸਿਮਰਨ ਕਰਨ ਵਾਲੇ ਸਿੰਘਾਂ ਨੂੰ ਵੀ ਵੇਖਣ ਨੂੰ ਮਿਲੀਆਂ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਜੀ। ਬਾਕੀ ਮਹਾਂਪੁਰਖਾਂ ਦਾ ਜੀਵਨ ਅਗਲੀਆਂ ਵੀਡੀਓਜ਼ ਦੇ ਵਿੱਚ ਅਪਲੋਡ ਕੀਤਾ ਜਾਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।